ਡਨ ਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਦੋਸਤੋ ਅੱਜ ਸਾਡੇ ਨਾਲ ਆਸਟ੍ਰੇਲੀਆ ਤੋਂ ਉਚੇਚੇ ਤੌਰ ਤੇ ਜੁੜੇ ਨੇ ਮੈਡਮ ਹਰਿੰਦਰ ਕੌਰ। ਇਹ ਇੱਕ ਆਰਗੇਨਾਈਜੇਸ਼ਨ ਰਨ ਕਰ ਰਹੇ ਨੇ ਹਰਮਨ ਫਾਊਂਡੇਸ਼ਨ। ਹਰਮਨ ਫਾਊਂਡੇਸ਼ਨ ਇੱਕ ਇਸ ਤਰ੍ਹਾਂ ਦੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਘਰੇਲੂ ਹਿੰਸਾ ਦੇ ਬਹੁਤ ਸਾਰੇ ਕੇਸਿਸ ਇੰਡੀਆ ਦੇ ਵਿੱਚ ਤਾਂ ਅਸੀਂ ਸੁਣੇ ਸੀ, ਪਰ ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੀ ਤਾਦਾਦ ਇੰਡੀਆ ਨਾਲੋਂ ਕਿਤੇ ਜ਼ਿਆਦਾ ਹੈ। ਉਸ ਕਿਸਮ ਦੀਆਂ ਔਰਤਾਂ ਜਿਨ੍ਹਾਂ ਨੂੰ ਘਰੋਂ ਦੁਤਕਾਰ ਦਿੱਤਾ ਜਾਂਦਾ ਹੈ, ਕੱਢ ਦਿੱਤਾ ਜਾਂਦਾ ਹੈ, ਉਹਨਾਂ ਨੂੰ ਇੱਕ ਸੇਫ ਪਲੇਸ ਮੁਹੱਈਆ ਕਰਾਉਣੀ, ਅਕੋਮੋਡੇਸ਼ਨ ਮੁਹੱਈਆ ਕਰਾਉਣੀ ਔਰ ਉਹਨਾਂ ਨੂੰ ਅਹਿਸਾਸ ਕਰਾਉਣਾ ਕਿ ਹੁਣ ਉਹ ਕਿਸੇ ਵੀ ਕਿਸਮ ਦੇ ਖਤਰੇ ਤੋਂ ਪਰੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੋਸ਼ਲ ਸਰਵਿਸਿਜ਼ ਦੇ ਕੰਮ ਇਹ ਸੰਸਥਾ ਕਰਦੀ ਹੈ। ਸਾਡੇ ਨਾਲ ਮੈਡਮ ਹਰਿੰਦਰ ਕੌਰ ਜੁੜ ਚੁੱਕੇ ਨੇ। ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਿੰਦਰ ਜੀ, ਸਭ ਤੋਂ ਪਹਿਲਾਂ ਜੋ ਸੁਣਨ ਦੇ ਵਿੱਚ ਆਉਂਦਾ ਹੈ ਕਿ ਇਸ ਕਿਸਮ ਦੀ ਘਰੇਲੂ ਹਿੰਸਾ ਦੇ ਜਿਹੜੇ ਕੇਸਿਸ ਨੇ ਉਹ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੈਗੇ ਨੇ, ਕਿਉਂਕਿ ਬਹੁਤ ਸਮੇਂ ਤੋਂ ਇਹ ਜਿਹੜੀ ਚੀਜ਼ ਹੈਗੀ ਉਹ ਇੰਡੀਆ ਦੇ ਵਿੱਚ ਚੱਲੀ ਆ ਰਹੀ ਹੈ। ਪਰ ਆਸਟ੍ਰੇਲੀਆ ਦੇ ਵਿੱਚ मतलब ये कुछ अजीब नहीं है? मेरे ख्याल ये था कहना साडा वाजिब बनता है कि इंसान है असी सारे भावें जिथे मर्जी रहने आ। ते मेरे तजुर्बे नाल तो ये है भावें इंडिया है, भावें आस्ट्रेलिया है, भावें अमरीका है, जेड़ा कुछ भी साडे नाल साडी जिंदगी च विचरदा है, कह लो कि जिस तरह की सानू परवरिश मिली है या जिद्दां दा सानू माहौल मिलिया जां फिर जिद्दां दे साडे हालात हैं, वो भावें तुसी जिथे मर्जी हो वो थोड़े नाल ही तुरदे हैं। सो भावें असी इंडिया तो, क्योंकि सारे आए तो इंडिया तो ही हाँ, ते ये कहना बहुत जरूरी है कि ये जिहड़ी समस्या घरेलू हिंसा दी ये सारे संसार च है जी। ते ਉਹ ਸੰਸਾਰ 'ਚ ਅਸੀਂ ਵੀ ਹੈਗੇ ਆ ਤੇ ਇੰਡੀਆ ਤੋਂ ਜਿਹੜੇ ਲੋਕੀ ਇੱਥੇ ਆਉਂਦੇ ਹਨ ਤੇ ਉਹ ਕਈ ਕਾਰਨਾਂ ਕਰਕੇ ਘਰੇਲੂ ਹਿੰਸਾ ਚੱਲਦੀ ਰਹਿੰਦੀ ਆ। ਤੇ ਇਹ ਕਹਿਣਾ ਜ਼ਰੂਰੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਇੱਥੇ ਜ਼ਿਆਦਾ ਹੈ ਉੱਥੇ ਘੱਟ ਆ, ਇਹ ਹੈਗੀ ਆ ਹਰ ਜਗ੍ਹਾ। ਤਾਂ ਇੱਕ ਹੋਰ ਅਹਿਮ ਸਵਾਲ ਇਹ ਹੈ ਕਿ ਇਸ ਕਿਸਮ ਦੇ ਜਿਹੜੇ ਕੇਸਿਸ ਨੇ ਉਹ ਇੰਡੀਅਨ ਕਮਿਊਨਿਟੀ ਵਿੱਚ ਜ਼ਿਆਦਾ ਨੇ ਐਜ਼ ਕੰਪੇਅਰ ਟੂ ਦ ਅਦਰ ਕਮਿਊਨਿਟੀਜ਼? नहीं, ये भी कहना ठीक नहीं है क्योंकि असी बड़ी माइनॉरिटी च है इत्थे, है ना, आस्ट्रेलिया च। तां कह लो कि थोनू ये आंकड़े मैं दस दी हां कि 1-2 मिनट दे अंदर जिहड़ी पुलिस नू जिहड़ी कॉल आंदी आ ਉਹ ਇੱਕ कॉल ਉਹ हिंसा कारणा करके आंदी है सारे आस्ट्रेलिया दे विच। हर 2 मिनट बाद पुलिस अटेंड कर रही है फैमिली एंड डोमैस्टिक वायलेंस के कारणा करके। ते उहदे विच असी भी आने आ ते साडियां कॉलां भी जांदियां जिहड़े कि इंडियन बैकग्राउंड तो हन या साउथ एशिया बैकग्राउंड तो हन। इदां आंकड़े बहुत औखे हैं कि इंडियंस किन्ने उन्हां चों, पर असी उन्हां दे विच हैगे आ ते तां ही करके साडे वल भी तवज्जो दित्ती जांदी है। ओहदा जिहड़ा प्रमाण है कि ਉਹਦਾ ਪ੍ਰਮਾਣ ਹੈ ਕਿ ਕਈ ਵਾਰ ਹਾਦਸੇ ਇੰਨਾ ਜ਼ਿਆਦਾ ਹੋ ਜਾਂਦੇ ਆ ਕਿ ਕਿਸੇ ਦਾ ਕੋਈ ਕਤਲ ਕਰ ਦਿੰਦਾ ਹੈ। ਇਹ ਵੀ ਹੋਇਆ। ਇਹ ਵੀ ਪੰਜਾਬੀ ਕਮਿਊਨਿਟੀ 'ਚ ਜਿਹੜੇ ਹੁਣੀ ਕਹਿ ਲਓ ਕਿ 2017 'ਚ ਕਤਲ ਹੋਇਆ ਸੀਗਾ ਜਿੱਥੇ ਸਿਡਨੀ ਵਿਖੇ ਗਲੈਨਵੁੱਡ ਗੁਰਦੁਆਰਾ ਸਾਹਿਬ, ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਉੱਥੇ ਹੈਗਾ, ਤੇ ਉਹਨਾਂ ਤੋਂ ਉਸ ਗੁਰਦੁਆਰੇ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂ ਇਹ ਕਤਲ ਹੋਇਆ ਸੀਗਾ 2017 'ਚ, ਜਿਹੜਾ ਨਾਮ ਸੀ ਹਰਜੀਤ ਕੌਰ ਦਾ। ਤੇ 2020 'ਚ ਫਿਰ ਮਈ 2020 'ਚ ਕਮਲਜੀਤ ਕੌਰ ਸਿੱਧੂ ਦਾ ਕਤਲ ਹੋਇਆ। ਇਹ ਦੋਨੋਂ ਕਤਲ ਉਹਨਾਂ ਦੇ ਆਪਣੇ ਹੀ ਘਰ ਵਾਲਿਆਂ ਦੇ ਕਾਰਨ ਹੋਏ ਸਨ। ਤਾਂ ਤੁਹਾਡੀ ਮੈਂ ਤਵੱਜੋ ਇਹ ਦਿਵਾਉਣਾ ਚਾਹੁੰਦੀ ਹਾਂ ਸੁਣਨ ਵਾਲਿਆਂ ਦੀ ਕਿ ਇਹ ਜਿਹੜੀ ਸਮੱਸਿਆ ਹੈ ਕਿ ਜਦ ਉਹਦੇ ਵਿੱਚ ਸਾਡੇ ਵਰਗਿਆਂ ਦੇ ਨਾਮ ਆਉਂਦੇ ਹਨ ਤੇ ਐਡੇ ਵੱਡੇ ਹਾਦਸੇ ਹੋ ਜਾਂਦੇ ਹਨ, ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੀ ਇਹ ਵਾਲੀ ਸਮੱਸਿਆ ਵੱਲ ਤਵੱਜੋ ਦਈਏ ਤੇ ਜਿੱਥੇ ਸਾਨੂੰ ਮਦਦ ਦੀ ਲੋੜ ਹੈ ਉੱਥੇ ਮਦਦ ਲਈਏ।
ਜੇ ਅਸੀਂ ਮਦਦ ਨਹੀਂ ਲੈਣਾ ਚਾਹੁੰਦੇ, ਕਿਉਂਕਿ ਸਟਿਗਮਾ ਹੈ ਬਹੁਤ ਜ਼ਿਆਦਾ ਕਿ ਸਾਨੂੰ ਆਪਣੇ ਘਰ ਦੀਆਂ ਗੱਲਾਂ ਸਾਨੂੰ ਸਿਖਾਈਆਂ ਗਈਆਂ ਹੈ, ਭਾਈ ਘਰ 'ਚ ਹੀ ਰੱਖੋ। ਔਰ ਮੈਂ ਕਾਫੀ ਹੱਦ ਤੱਕ ਉਹਦੇ ਨਾਲ ਸਹਿਮਤ ਹਾਂ ਕਿ ਘਰ ਦੇ ਜਿਹੜੇ ਮਸਲੇ ਹਨ ਘਰ ਦੇ ਵਿੱਚ ਹੀ ਉਹਨਾਂ ਨੂੰ ਸੁਲਝਾਓ। ਉਹਨੂੰ ਬਾਹਰ ਜਾਣ, ਜੇ ਉਹ ਬਾਹਰ ਜਾਣ ਦਾ ਉਹਨਾਂ ਦਾ ਸਕੋਪ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਤੇ ਉਸਦੀ ਆਂਚ ਆਏਗੀ, ਉਸਨੂੰ ਪਹਿਲਾਂ ਹੀ ਰੋਕੋ। ਉਹ ਪਹਿਲਾਂ ਕਿੱਦਾਂ ਰੋਕਣਾ? ਕੰਟਰੋਲ ਰਾਹੀਂ ਨਹੀਂ, ਪਿਆਰ ਨਾਲ ਤੇ ਤਵੱਜੋ ਦੇਖ ਕੇ ਕਿ ਦੂਜਾ ਬੰਦਾ ਕੀ ਮੰਗਦਾ ਹੈ ਜਾਂ ਬੰਦੀ ਕੀ ਮੰਗਦੀ ਆ, ਤੇ ਉਹਦੇ ਕਾਰਨਾਂ ਕਰਕੇ ਸਾਨੂੰ ਇਹ ਇਸ ਪਾਸੇ ਤੁਰਨਾ ਪਿਆ। ਕਿਉਂਕਿ ਹਰ ਹਫਤੇ ਆਸਟ੍ਰੇਲੀਆ ਦੇ ਵਿੱਚ ਇੱਕ ਕਤਲ ਹੁੰਦਾ ਹੈ, ਇਹ ਘਰੇਲੂ ਤਾਦਾਦ ਬਹੁਤ ਜ਼ਿਆਦਾ ਹੈ। ਹਾਂਜੀ, ਤੇ ਕਹਿ ਲਓ ਕਿ ਆંકੜੇ ਹੁਣ ਤੱਕ 2020 ਤੇ 2021 ਚ ਤਕਰੀਬਨ 50 ਕਤਲ ਹੋ ਚੁੱਕੇ ਹਨ, ਜਾਂ ਇਸ ਕਾਰਨਾਂ ਕਰਕੇ ਬੰਦਿਆਂ ਦੀ ਜਾਨ ਜਾ ਚੁੱਕੀ ਹੈ, ਜਿਹਦੇ ਵਿੱਚ ਔਰਤਾਂ ਦੀ। ਕਿਸ ਕਿਸਮ ਦੇ ਕਾਰਨ ਰਹਿੰਦੇ ਨੇ, ਜਾਂ ਕੀ ਕੁਝ ਖਾਸ ਸਾਡੀ ਸਾਈਕੀ ਹੈ ਇਸ ਵਾਸਤੇ? ਇਸ ਉੱਤੇ ਗੱਲਬਾਤ ਜ਼ਰੂਰ ਕਰਾਂਗੇ। ਇਸ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਦੱਸੋ ਕਿ ਹਰਮਨ ਫਾਊਂਡੇਸ਼ਨ ਤੁਸੀਂ ਜਦੋਂ ਹੀ ਸ਼ੁਰੂ ਕੀਤੀ ਤੁਹਾਡੇ ਪੁੱਤਰ ਦੇ ਗੁਜ਼ਰ ਜਾਣ ਤੋਂ ਬਾਅਦ, ਤਾਂ ਕਿਸ ਤਰ੍ਹਾਂ ਦੀ ਕੈਫੀਅਤ ਸੀ? ਕਿਉਂ ਦਿਮਾਗ ਦੇ ਵਿੱਚ ਇਹ ਫੁਰਨਾ ਆਇਆ? ਇਸ ਤਰ੍ਹਾਂ ਦਾ ਕੋਈ ਬੜੇ ਮੈਂ ਕਲੀਅਰ ਦੱਸਣਾ ਚਾਹੁੰਦੀ ਹਾਂ ਵੀ ਕੋਈ ਏਦਾਂ ਦਾ ਸਾਡਾ ਕੋਈ ਵਿਚਾਰ ਨਹੀਂ ਸੀਗਾ ਕਿ ਘਰੇਲੂ ਹਿੰਸਾ ਕਰਕੇ ਜਿਹੜੇ ਹਾਦਸੇ ਹੋ ਰਹੇ ਆ ਤੇ ਉਹਨਾਂ ਵਿੱਚ ਸਾਨੂੰ ਵੀ ਭਾਗ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਕੋਈ ਵਿਚਾਰ ਸ਼ੁਰੂ 'ਚ ਨਹੀਂ ਸੀਗਾ, ਕਿਉਂਕਿ 2013 'ਚ ਜਦ ਅਸੀਂ ਦੀ ਬੁਨਿਆਦ ਰੱਖੀ ਸੀਗੀ ਤੇ ਉਸ ਵੇਲੇ ਸਾਡੇ ਮਨ 'ਚ ਇਹ ਸੀਗਾ ਕਿ ਭਾਵੇਂ ਪਿਛੋਕੜ ਮੈਂ ਆਪਣਾ ਨਹੀਂ ਦੱਸਿਆ ਕਿ 2012 ਦੇ ਵਿੱਚ ਮੇਰੇ ਆਪਣੇ ਹੀ ਘਰ ਦੇ ਵਿੱਚ, ਸਾਡੇ ਘਰ ਦੇ ਵਿੱਚ ਬਹੁਤ ਵੱਡੀ ਟ੍ਰੈਜੇਡੀ ਹੋਈ, ਜਿਹਦੇ ਵਿੱਚ ਸਾਡਾ 27 ਸਾਲਾਂ ਦਾ ਜਿਹੜਾ ਬੇਟਾ ਹੈ ਉਹ ਐਕਸੀਡੈਂਟ 'ਚ ਪੂਰਾ ਹੋ ਗਿਆ। ਤੇ ਉਸ 2012 ਤੋਂ ਲੈ ਕੇ 2013 ਜਦੋਂ ਤੁਹਾਡੇ ਘਰ 'ਚ ਕੋਈ ਇਹੋ ਜਿਹੇ ਇੰਨੀ ਵੱਡੀ ਟ੍ਰੈਜੇਡੀ ਹੁੰਦੀ ਆ ਤੇ ਤੁਹਾਡੇ ਜ਼ਮੀਨ ਦੇ ਤੁਹਾਡੇ ਪੈਰਾਂ ਨੀਚੋਂ ਜ਼ਮੀਨ ਨਿਕਲ ਜਾਂਦੀ ਆ, ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਕਾਹਦੇ ਲਈ ਹੁਣ ਤੁਸੀਂ ਬਚ ਗਏ ਹੋ ਜਾਂ ਕਾਹਦੇ ਲਈ ਤੁਸੀਂ ਰਹਿ ਗਏ ਹੋ। ਆਪਣੇ ਜਵਾਨ ਬੱਚੇ ਨੂੰ ਗਵਾਉਣਾ ਕੋਈ ਕਿਸੇ ਨਾਲ ਨਾ ਹੋਵੇ, ਨਾ ਕਦੇ ਮੈਨੂੰ ਇਸ ਤਰ੍ਹਾਂ ਦਾ ਦਿਨ ਦੇਖਣਾ ਪਏ ਕਿ ਮੇਰੇ ਨਜ਼ਦੀਕੀ ਵੀ ਕਿਸੇ ਨੂੰ ਏਦਾਂ ਦਾ ਕੁਝ ਸਹਿਣਾ ਪਵੇ। ਪਰ ਜਦੋਂ ਤੁਹਾਡੇ ਨਾਲ ਇਹ ਹੁੰਦਾ ਤੇ ਫਿਰ ਮੈਂ ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਸਮਾਜੀ ਤੌਰ ਤੇ ਸਾਡੇ ਮਿੱਤਰਾਂ ਦੇ ਨਾਲ ਸਾਨੂੰ ਔਰ ਆਪਣੇ ਆਪ 'ਚ ਵਿਚਾਰ ਬਣ ਰਹੇ ਸੀ ਕਿ ਕੁਝ ਪਰਪਸ ਤਾਂ ਹੋਏਗਾ ਜ਼ਿੰਦਗੀ ਦਾ, ਕਾਹਦੇ ਲਈ ਅਸੀਂ ਇਸ ਜ਼ਿੰਦਗੀ ਨੂੰ ਕਿੱਦਾਂ ਅਸੀਂ ਨਿਭਾਉਣਾ ਹੈ। ਤੇ ਉਸ ਵੇਲੇ ਅਸੀਂ 2013 'ਚ ਸਰਵੇ ਕੀਤਾ ਸੀ ਕਮਿਊਨਿਟੀ ਦੇ ਵਿੱਚ, ਤੇ ਉਹਦੇ ਵਿੱਚ ਤਕਰੀਬਨ 500 ਲੋਕਾਂ ਦੇ ਵਿੱਚ ਅਸੀਂ ਸਰਵੇ ਕੀਤਾ ਸੀਗਾ 2 ਇੰਸਟਾਲਮੈਂਟਸ 'ਚ, ਤੇ ਇਹ ਜਾਣਨ ਲਈ ਕਿ ਸਾਡੀ ਕਮਿਊਨਿਟੀ ਦੇ ਵਿੱਚ ਕੀ ਗੈਪ ਹੈ, ਕਿੱਥੇ ਸਾਡੀ ਜਿਹੜੀ ਸੇਵਾ ਹੈ ਉਹ ਲੱਗ ਸਕਦੀ ਹੈ। ਕਿ ਡੈਫੀਨੇਟਲੀ ਅਸੀਂ ਸੇਵਾ ਆਪਣੇ ਹਰਮਨਪ੍ਰੀਤ ਸਿੰਘ ਦੇ ਲੈਗੇਸੀ ਨੂੰ ਦੇਖਦੇ ਹੋਏ ਸੇਵਾ ਦੇਖ ਰਹੇ ਸੀ ਕਿ ਜਿਹਦੇ ਵਿੱਚ ਸਾਨੂੰ ਪਰਿਵਾਰਿਕ ਸੇਵਾ ਚਾਹੀਦੀ ਸੀਗੀ, ਕਿਉਂਕਿ ਹਰਮਨ ਦੀ ਲੈਗੇਸੀ ਪਰਿਵਾਰਿਕ ਸੇਵਾ ਸੀ, ਕਿਉਂਕਿ ਉਹ ਪਰਿਵਾਰ ਦਾ ਬਹੁਤ ਹੀ ਅਜੀਜ਼, ਬਹੁਤ ਹੀ ਵਰਣਨ ਨਹੀਂ ਕਰ ਸਕਦੀ ਕਿ ਉਹ ਕੀ ਸੀਗਾ। ਤੇ ਉਹਦੀ ਲੈਗੇਸੀ ਨੂੰ ਦੇਖ ਕੇ ਅਸੀਂ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦੇ ਸੀਗੇ। ਤੇ ਸਾਡੀ ਜਿਹੜੀ ਹੈਰਾਨੀ ਦੀ ਗੱਲ ਇਹ ਹੋਈ ਕਿ ਜਦੋਂ ਸਾਨੂੰ ਉਹ ਸਰਵੇ ਦਾ ਰਿਜ਼ਲਟ ਅਸੀਂ ਵੇਖਿਆ, ਤਕਰੀਬਨ 60% ਲੋਕਾਂ ਨੇ ਜਵਾਬ ਦਿੱਤਾ ਸੀ ਸਾਨੂੰ ਸਰਵੇ ਦਾ, ਤੇ ਉਹਦੇ ਵਿੱਚ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਕਾਫੀ ਅੱਗੇ ਆਇਆ ਕਿ ਉਸ 'ਚ ਲੋਕਾਂ ਨੇ ਸਾਨੂੰ ਵਿਚਾਰ ਆਪਣੇ ਪ੍ਰਗਟ ਕੀਤੇ ਕਿ ਇਸ 'ਚ ਸਾਨੂੰ ਸਾਡੀ ਕਮਿਊਨਿਟੀ ਦੇ ਵਿੱਚ ਇਸ ਖੇਤਰ ਵਿੱਚ ਲੋੜ ਹੈਗੀ ਆ। ਤੇ ਉਸ ਤੋਂ ਮਗਰੋਂ ਸੀਗਾ ਜਦੋਂ ਤੁਸੀਂ ਸੋਚਿਆ ਵੀ ਇਸ ਕਿਸਮ ਦੇ ਵਿੱਚ ਯਾਨੀ ਕਿ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਜਾਂ ਡੋਮੈਸਟਿਕ ਵਾਇਲੈਂਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੋਕੀ ਤੁਹਾਨੂੰ ਕਿੱਦਾਂ ਫਾਈਂਡ ਆਊਟ ਕਰਦੇ ਹੈ? ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਆਪਣੇ ਕੰਟੈਕਟ ਦਿੰਦੇ ਹੋ ਤੇ ਫਿਰ ਉਹ ਫੀਮੇਲਸ ਨੂੰ ਰੈਸਕਿਊ ਕਰਨਾ ਤੇ ਉਹਨਾਂ ਨੂੰ ਇੱਕ ਸੇਫੈਸਟ ਪਲੇਸ ਤੇ ਪਹੁੰਚਾਉਣਾ, ਉਹ ਪ੍ਰੋਸੀਜਰ ਕਿਸ ਤਰ੍ਹਾਂ ਦਾ ਰਹਿੰਦਾ ਹੈ?
हाँ जी, जिद्दां हर कंट्री ਦੇ ਆਪਣੇ ਆਪਣੇ ਕਾਇਦੇ ਹੁੰਦੇ ਹਨ ਤੇ ਇੱਥੇ ਵੀ ਸਮਾਜ ਸੇਵੀ ਸੰਸਥਾਵਾਂ ਦੇ ਇੱਕ ਤਰ੍ਹਾਂ ਦੇ ਕਾਇਦੇ ਉਹਨਾਂ ਨੂੰ ਦਿੱਤੇ ਜਾਂਦੇ ਹਨ ਤੇ ਇਟ ਮੀਨਸ ਕਿ ਕੋਈ ਏਦਾਂ ਦਾ ਕੋਈ ਧੱਕਾਸ਼ਾਹੀ ਵਾਲੀ ਕੰਮ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਜਾਂ ਕਿਸੇ ਤੋਂ ਕਰਵਾ ਲਓ ਜਾਂ ਕਹਿ ਦਿਓ ਸੋ ਇਟ ਜੀ ਮੀਨਸ ਕਿ ਜਦੋਂ ਕੋਈ ਸਾਨੂੰ ਜਿਹੜੀ ਸਭ ਤੋਂ ਪਹਿਲੀ ਵਾਲੀ ਜਿਹੜੀ ਤੁਸੀਂ ਗੱਲ ਪੁੱਛੀ ਹੈ ਸਾਨੂੰ ਕਿੱਦਾਂ ਲੋਕੀ ਸੰਪਰਕ ਕਰਦੇ ਆ ਵਰਡ ਆਫ ਮਾਊਥ ਜੀ ਜਿਹੜਾ ਬਹੁਤ ਪਾਵਰਫੁਲ ਹੈ ਆਪਣੀ ਕਮਿਊਨਿਟੀ ਇੱਥੇ ਵੀ ਬੜੀ ਜ਼ਿਆਦਾ ਕਨੈਕਟਡ ਹੈ ਇੱਕ ਦੂਜੇ ਨਾਲ ਤੇ ਸਾਰੇ ਇੱਕ ਦੂਜੇ ਨੂੰ ਜਾਣਦੇ ਹਨ ਤੇ ਇੱਕ ਤਾਂ ਉਹਦੇ ਥਰੂ ਵਰਡ ਆਫ ਮਾਊਥ ਦੇ ਥਰੂ ਸਾਨੂੰ ਲੋਕੀ ਕੰਟੈਕਟ ਕਰਦੇ ਹਨ ਤੇ ਜਿਹੜਾ ਦੂਸਰਾ ਤਰੀਕਾ ਹੈ ਸਾਡੇ ਕੋਲ 24 ਘੰਟੇ 7 ਦਿਨ ਇੱਕ ਨੰਬਰ ਹੈ 1800116675 ਤੇ ਉਹਦੇ ਜ਼ਰੀਏ ਵੀ ਲੋਕੀ ਸਾਨੂੰ ਡਾਇਰੈਕਟ ਕੰਟੈਕਟ ਕਰਦੇ ਹਨ ਤੇ ਜਿਹੜਾ ਤੀਸਰਾ ਤਰੀਕਾ ਹੈ ਕਿ ਦੂਜੀ ਸੰਸਥਾਵਾਂ ਨਾਲ ਅਸੀਂ ਮਿਲ ਕੇ ਕੋਲੈਬੋਰੇਸ਼ਨ ਨਾਲ ਕਾਫੀ ਇਕੱਠੇ ਕੰਮ ਕਰਦੇ ਹਾਂ ਤੇ ਉਹਨਾਂ ਨੂੰ ਵੀ ਸਾਡੇ ਬਾਰੇ ਜਾਣਕਾਰੀ ਹੁੰਦੀ ਆ ਜਿਹੜੀ ਕਿ ਉਹ ਸਰਕਾਰੀ ਤੇ ਗੈਰ ਸਰਕਾਰੀ ਜਿਹੜੀ ਜਿਹਨੂੰ ਆਪਾਂ ਐਨਜੀਓਜ਼ ਕਹਿੰਦੇ ਹਨ ਹੋਰ ਐਨਜੀਓਜ਼ ਦੇ ਥਰੂ ਵੀ ਸਾਨੂੰ ਉਹਨਾਂ ਦੇ ਸੰਪਰਕ ਹੁੰਦਾ ਹੈ ਸੋ ਜੀ ਹਾਂਜੀ ਤੁਹਾਡੇ ਤਜਰਬੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਦੇ ਕਿਸੇ ਦੀ ਹੈਲਪ ਕੀਤੀ ਹੋਏ ਤਾਂ ਕੋਈ ਕਿੱਸਾ ਹੋਵੇ ਸਾਂਝਾ ਕਰੋ ਹਾਂਜੀ ਸਾਡੇ ਕੋਲ ਕਾਫੀ ਲੋਕ ਤੇ ਕਾਫੀ ਕੰਪਲੈਕਸ ਕੇਸਿਸ ਵੀ ਹੁੰਦੇ ਹਨ ਜਿਹੜੀ ਮੇਨ ਜਿਹੜੀ ਸ਼ੁਰੂ ਚ ਤੁਸੀਂ ਗੱਲ ਕੀਤੀ ਸੀ ਨਾ ਵੀ ਇਹ ਇੰਡੀਆ ਚ ਤਾਂ ਹੈ ਤੇ ਇੱਥੇ ਨਹੀਂ ਹੈ ਜਾਂ ਇੱਥੇ ਕਿਉਂ ਹੈ ਸੋ ਉਹਦੇ ਲਈ ਉਹਦੇ ਜਿਹੜੇ ਕਾਰਨ ਹੈ ਸੇਮ ਇੰਡੀਆ ਵੀ ਸੇਮ ਹਨ ਕਿਉਂਕਿ ਇੱਕ ਤਾਂ ਕਹਿ ਲਓ ਕਿ ਆਪਸ ਚ ਨਹੀਂ ਬਣਦੀ ਵਿਚਾਰ ਹੀ ਨਹੀਂ ਮਿਲਦੇ ਉਹ ਤਾਂ ਵੈਸੇ ਬਹੁਤ ਛੋਟੀ ਗੱਲ ਰਹਿ ਜਾਂਦੀ ਹੈ ਕਿਉਂਕਿ ਵਿਚਾਰ ਇੰਨੇ ਸਾਡੇ ਆਮ ਵਿਚਾਰ ਕਿਉਂਕਿ ਦੋ ਇੰਡੀਵਿਜੂਅਲਸ ਹਨ ਹਨਾ ਦੋ ਪਰਸਨੈਲਿਟੀਜ਼ ਹਨ ਤੇ ਵਿਚਾਰ ਜ਼ਰੂਰੀ ਨਹੀਂ ਹੈ ਕਿ ਹਸਬੈਂਡ ਵਾਈਫ ਦੇ ਇੱਕੋ ਦਮ ਮੈਚ ਕਰਦੇ ਹਨ ਪਰ ਅਸੀਂ ਉਹਨਾਂ 'ਚ ਬੈਲੈਂਸ ਬਣਾਉਣਾ ਸਾਨੂੰ ਆ ਜਾਂਦਾ ਹੈ ਕੰਪਰੋਮਾਈਜ਼ ਕਰਨਾ ਆ ਵੈਸੇ ਵੀ ਜੋ ਕਿ ਯੁੱਗ ਦੇ ਵਿੱਚ ਅਸੀਂ ਇੰਪੇਸ਼ੈਂਸ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਕਮਰਸ਼ੀਅਲ ਐਂਗਲ ਜ਼ਿਆਦਾ ਦੇਖਦੇ ਹਾਂ ਇਸ ਕਰਕੇ ਸਾਡੇ 'ਚ ਐਕਸੈਪਟੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਘਟ ਗਈ ਹੈ ਮੈਨੂੰ ਲੱਗਦਾ ਹਾਂਜੀ ਪਰ ਜਿੱਥੇ ਬਹੁਤ ਜ਼ਿਆਦਾ ਘਟ ਜਾਵੇ ਤੇ ਉੱਥੇ ਫਿਰ ਉਹਦਾ ਮਸਲਾ ਗੰਭੀਰ ਹੋ ਜਾਂਦਾ ਹੈ ਹਨਾ ਸੋ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਦੁਬਾਰਾ ਦੱਸਿਓ ਸਵਾਲ ਮੈਂ ਤੁਹਾਨੂੰ ਇਹ ਕੀਤਾ ਸੀ ਕਿ ਬਿਨਾਂ ਨਾਮ ਲਏ ਕੋਈ ਇਸ ਤਰ੍ਹਾਂ ਦਾ ਜੋ ਤੁਸੀਂ ਕੇਸ ਸੌਰਟ ਆਊਟ ਕੀਤਾ ਹੋਏ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਹਾਂਜੀ ਸੋ ਕੇਸਿਸ ਬਹੁਤ ਹਨ ਤੇ ਕੇਸਿਸ ਤੇ ਮੈਂ ਇਹ ਦੱਸਣਾ ਚਾਹ ਰਹੀ ਸੀਗੀ ਕਿ ਇੱਕ ਤਾਂ ਸਟਿਗਮਾ ਬਹੁਤ ਹੈ ਕਿ ਲੋਕੀ ਕੀ ਕਹਿਣਗੇ ਹਨਾ ਉਸ ਤੋਂ ਅਸੀਂ ਬਹੁਤ ਡਰਦੇ ਹਾਂ ਤੇ ਆਪਣੀ ਲਾਜ ਜਿੱਦਾਂ ਹੁੰਦਾ ਨਾ ਸ਼ੁਰੂ ਤੋਂ ਅਰਦਾਸਾਂ ਕਰਦੇ ਹਾਂ ਕਿ ਗੁਰੂ ਮਹਾਰਾਜ ਮੇਰੀ ਲਾਜ ਰੱਖਿਓ ਮੇਰੇ ਪਰਦੇ ਢੱਕਿਓ ਤੇ ਅਸੀਂ ਵੀ ਅਰਦਾਸਾਂ ਲੋਕਾਂ ਲਈ ਔਰ ਆਪਣੇ ਲਈ ਇਹ ਕਰਦੇ ਹਾਂ ਕਿ ਸਾਡੇ ਪਰਦੇ ਢੱਕ ਕੇ ਰੱਖਣਾ ਕਿਉਂਕਿ ਕਿਸੇ ਨੂੰ ਲੋੜ ਨਹੀਂ ਹੈ ਕਿ ਆਪਣੇ ਮਸਲਿਆਂ ਨੂੰ ਬਾਹਰ ਲਿਜਾਣ ਦੀ ਹਨਾ ਤੇ ਉਹ ਜਦ ਮਸਲੇ ਬਾਹਰ ਆਉਂਦੇ ਹੋਣ ਇੰਨੇ ਵਧੇ ਹੁੰਦੇ ਹਨ ਉਹਦੇ ਵਿੱਚ ਕਹਿ ਸਕਦੀ ਹਾਂ ਕਿ ਇੱਕ ਕੁੜੀ ਜਿੱਦਾਂ ਐਗਜ਼ਾਮਪਲ ਹੀ ਆ ਔਰ ਠੀਕ ਐਗਜ਼ਾਮਪਲ ਆ ਅਸਲੀ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹੁੰਦੀ ਹਾਂ ਕਿਉਂਕਿ ਕਿਸੇ ਦੀ ਕੌਨਫੀਡੈਂਸ਼ੀਅਲਿਟੀ ਅਸੀਂ ਇਦਾਂ ਪੂਰੀ ਤਰ੍ਹਾਂ ਨਹੀਂ ਦੱਸ ਸਕਦੇ ਗੱਲ ਨੂੰ ਤੇ ਕੋਈ ਨਾਮ ਨਹੀਂ ਕੋਈ ਕੁਛ ਨਹੀਂ ਤੇ ਉਹਦੇ ਵਿੱਚ ਕੀ ਹੈ ਕਿ ਇੰਡੀਆ ਤੋਂ ਕੁੜੀ ਵਿਆਹ ਕਰਾ ਕੇ ਆਈ ਸਟੂਡੈਂਟ ਵੀਜ਼ਾ ਤੇ ਆਈ ਤੇ ਮਗਰੋਂ ਉਹਦਾ ਫਿਰ ਇੱਥੇ ਆ ਕੇ ਉਹਨੂੰ ਕੋਈ ਮੁੰਡਾ ਮਿਲ ਗਿਆ ਤੇ ਘਰਦਿਆਂ ਦੀ ਨਹੀਂ ਉਹਨੂੰ ਉੱਥੇ ਘਰਦਿਆਂ ਨੇ ਕੋਈ ਮੁੰਡਾ ਸੁਜੈਸਟ ਕੀਤਾ ਤੇ ਉਹਨੇ ਉਹਦੇ ਨਾਲ ਵਿਆਹ ਕਰਾ ਲਿਆ ਤੇ ਇੱਥੋਂ ਜਦੋਂ ਉਹ ਦੋਨੋਂ ਆਏ ਤੇ ਮੁੰਡਾ ਉਸਤੇ ਬਹੁਤ ਜ਼ਿਆਦਾ ਕਹਿ ਲਓ ਕਿ ਉਸਤੇ ਹਾਵੀ ਹੋਇਆ ਤੇ ਬੜੀ ਕੰਟਰੋਲਿੰਗ ਨੇਚਰ ਕਰਕੇ ਤੇ ਕੁੜੀ ਨੇ ਉਹਨੂੰ ਕਈ ਵਾਰ ਇੰਨਾ ਕੰਟਰੋਲ ਮਹਿਸੂਸ ਕੀਤਾ ਕਿ ਉਹਨੂੰ ਕਹਿ ਲਓ ਕਿ ਉਹਦਾ ਸਾਹ ਘੁੱਟਦਾ ਸੀਗਾ ਤੇ ਇੱਕ ਦੋ ਵਾਰੀ ਉਹਨੇ ਕੁੜੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਚੱਕਰਾਂ 'ਚ ਕੁੜੀ ਨੇ ਉਹਨੂੰ ਛੱਡ ਦਿੱਤਾ ਸਾਲ ਬਾਅਦ ਰਹਿਣ ਤੋਂ ਬਾਅਦ ਤੇ ਮਗਰੋਂ ਫਿਰ ਉਹਨੇ ਜਦ ਆਪਣੇ ਘਰਦਿਆਂ ਨੂੰ ਦੱਸਿਆ ਤੇ ਘਰਦੇ ਕਹਿੰਦੇ ਇੰਡੀਆ ਕਿ ਤੂੰ ਬੇਟਾ ਵੀ ਇਦਾਂ ਆਪਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਵੀ ਆਪਾਂ ਤਾਂ ਤੇਰਾ ਵਿਆਹ ਕਰ ਦਿੱਤਾ ਸੀਗਾ ਤੂੰ ਹੁਣ ਘਰ ਇੱਥੇ ਵਾਪਸ ਨਾ ਆਈ ਜਦ ਤੱਕ ਕਿ ਆਪਾਂ ਕੋਈ ਹੋਰ ਨਹੀਂ ਲੱਭ ਲੈਂਦੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਤੂੰ ਵਿਆਹੀ ਹੋਈ ਆ ਹਾਲੇ ਤੱਕ ਹੀ ਨਾ ਤੇ ਉਹ ਕੁੜੀ ਨੇ ਠੀਕ ਹੈ ਆਪਣੇ ਮਾਂ-ਬਾਪ ਦੀ ਸੁਣੀ ਤੇ ਇੱਥੇ ਰਹੀ ਤੇ ਮਗਰੋਂ ਜਿੱਦਾਂ ਹੀ ਉਹਨੂੰ ਘਰਦਿਆਂ ਨੇ ਦੱਸਿਆ ਸੀਗਾ ਤੇ ਜਿਉਂ-ਜਿਉਂ ਇੱਥੇ ਪੜ੍ਹ ਰਹੀ ਸੀਗੀ ਤੇ
ਉਹਦੀ ਨੌਕਰੀ ਕਰ ਰਹੀ ਸੀਗੀ ਤੇ ਘਰਦਿਆਂ ਨੂੰ ਦੱਸਿਆ ਕਿ ਮੈਨੂੰ ਇੱਕ ਮੁੰਡਾ ਮਿਲਿਆ ਤੇ ਘਰਦਿਆਂ ਨੇ ਹਾਮੀ ਭਰੀ ਤੇ ਉਹਨੇ ਇੱਕ ਹੋਰ ਮੁੰਡੇ ਨਾਲ ਆਪਣਾ ਵਿਆਹ ਕਰਾ ਲਿਆ। ਤੇ ਮਗਰੋਂ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਮੁੰਡਾ ਵੀ ਉਹਦੇ ਲਈ ਠੀਕ ਸਾਬਤ ਨਹੀਂ ਹੋਇਆ ਕਿ ਉਹਨੂੰ ਪਤਾ ਚੱਲਿਆ ਕਿ ਉਹ ਉਸ ਤੇ ਚੀਟ ਕਰਦਾ ਤੇ ਹੋਰ ਕੁੜੀ ਨਾਲ ਰਹਿੰਦਾ। ਸੋ ਏਦਾਂ ਕਰਦੇ ਕਰਾਂਦੇ ਹਾਲਾਤ ਇੰਨੇ ਮਾੜੇ ਹੋ ਗਏ ਕੁੜੀ ਨੂੰ। ਤੇ ਜਦੋਂ ਕੁੜੀ ਨੇ ਆਪਣੇ ਘਰਦਿਆਂ ਨੂੰ ਦੱਸਿਆ ਕਿ ਮੇਰੇ ਨਾਲ ਇਹ ਹੋ ਰਿਹਾ ਤੇ ਘਰਦਿਆਂ ਨੇ ਕਿਹਾ ਕਿ ਬੇਟਾ ਆਪਾਂ ਏਦਾਂ ਨਹੀਂ ਲੈ ਸਕਦੇ, ਤੈਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ। ਤੇ ਮਗਰੋਂ ਉਹਨੇ ਮੈਂ ਦੱਸ ਰਹੀ ਹਾਂ, ਸ਼ਾਰਟ ਕਰ ਰਹੀ ਹਾਂ ਸਟੋਰੀ, ਕਿ ਉਹਨੂੰ ਛੱਡਣ ਤੋਂ ਪਹਿਲਾਂ ਹੀ ਉਹਦੇ ਨਾਲ ਇੱਕ ਐਡਾ ਜ਼ਬਰਦਸਤ ਹਾਦਸਾ ਹੋਇਆ ਕਿ ਉਹਦੇ ਹੱਥੋਂ, ਕੁੜੀ ਦੇ ਹੱਥੋਂ ਉਸ ਮੁੰਡੇ ਦਾ ਕਤਲ ਹੋ ਗਿਆ। ਸੋ ਇਹ ਬਹੁਤ ਜ਼ਿਆਦਾ ਮਤਲਬ ਮਾਪਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਕੁੜੀ ਤੁਹਾਨੂੰ ਕੁਝ ਦੱਸਦੀ ਹੈ ਕਿ ਮੇਰੇ ਨਾਲ ਏਦਾਂ ਹੋ ਰਿਹਾ, ਉਹਨੂੰ ਸੁਣੋ, ਉਸ ਤੇ ਵਿਸ਼ਵਾਸ ਕਰੋ ਤੇ ਦੁਨੀਆ ਤੋਂ ਨਾ ਡਰੋ। ਰਾਦਰ ਉਹਦੇ ਲਈ ਕੋਈ ਸੋਲੂਸ਼ਨ ਇਹੋ ਜਿਹੀ ਲੱਭੋ ਕਿ ਜਿਹਦੇ ਵਿੱਚ ਉਹ ਜੀ ਸਕੇ, ਨਾ ਕਿ ਉਹ ਘੁੱਟ ਸਕੇ। ਤੇ ਉਹਦਾ ਹਾਦਸੇ ਦਾ ਇਹ ਰਿਜ਼ਲਟ ਇਹ ਹੋਇਆ ਕਿ ਕੁੜੀ ਨੂੰ ਜੇਲ੍ਹ ਹੋਈ ਤੇ ਕੁੜੀ ਕੁਝ ਸਾਲ ਜੇਲ੍ਹ ਤੋਂ ਵਾਪਸ ਆਈ ਤੇ ਉਹਨੇ ਫਿਰ ਆ ਕੇ ਆਪਣੀ ਫਿਰ ਹੋਰ ਸਾਡੇ ਵਰਗੀ ਸੰਸਥਾਵਾਂ ਦੀਆਂ ਮਦਦ ਲੈ ਕੇ ਫਿਰ ਉਹ ਉਭਰੀ, ਹੁਣ ਨੌਕਰੀ ਕਰ ਰਹੀ ਹੈ। ਪਰ ਜੀਵਨ ਉਦਾਂ ਦਾ ਨਹੀਂ ਬਣੇਗਾ ਜਿੱਦਾਂ ਪਹਿਲਾਂ ਸੀਗਾ, ਪਰ ਫਿਰ ਵੀ ਉਹ ਆਪਣੇ ਆਪ ਨੂੰ ਜ਼ਿੰਦਗੀ ਨੂੰ ਸੰਭਾਲ ਰਹੀ ਹੈ। ਸੋ ਇਸ ਤਰ੍ਹਾਂ ਦੇ ਉਹ ਕਿਉਂ ਹੋਇਆ? ਕਿਉਂਕਿ ਉਹਦੇ ਪਿੱਛੇ ਕਾਰਨ ਸੀਗਾ ਕਿ ਤੂੰ ਹੋਰ ਪੈਸੇ ਮੰਗਵਾ ਆਪਣੇ ਘਰਦਿਆਂ ਤੋਂ, ਉਹ ਹੋਰ ਤੇਰੀ ਮਦਦ ਕਰਨ, ਮੇਰਾ ਮੁੰਡਾ ਸੈਟਲ ਨਹੀਂ ਹੋਇਆ ਉਹਨੂੰ ਸੈਟਲ ਕਰਵਾਉਣ, ਮੇਰੇ ਮੁੰਡੇ ਕੋਲ ਘਰ ਨਹੀਂ ਹੈ ਉਹਨੂੰ ਘਰ ਕਰਵਾਉਣ। ਪਰ ਏਦਾਂ ਦੇ ਹਾਦਸੇ ਅਸੀਂ ਮੁੰਡਿਆਂ ਵੱਲ ਵੀ ਦੇਖੇ ਹੈ ਕਿ ਮੁੰਡਿਆਂ ਨੂੰ ਬੜਾ ਹੈਰਾਸ ਕੀਤਾ ਜਾਂਦਾ, ਕਿਉਂਕਿ ਅਸੀਂ ਮੁੰਡਿਆਂ ਦੀ ਵੀ ਮਦਦ ਕਰਦੇ ਹਾਂ। ਮੁੰਡਿਆਂ ਨੂੰ ਵੀ ਕਈ ਹਾਦਸੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਮੁੰਡਿਆਂ ਨੂੰ ਵੀ ਹੈਰਾਸ ਕੀਤਾ ਜਾਂਦਾ ਹੈ ਕਿ ਤੂੰ ਸਾਡੇ ਲਈ ਆ ਕਰ ਜਾਂ ਮੇਰੇ ਲਈ ਆ ਕਰ। ਸੋ ਉਹ ਵੀ ਵਾਇਲੈਂਸ ਮੁੰਡਿਆਂ ਦੇ ਅਗੇਂਸਟ ਹੁੰਦਾ ਇੱਥੇ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜੋ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਰਹਿੰਦੇ ਆ, ਸਾਨੂੰ ਜੋ ਕਦਰਾਂ ਕੀਮਤਾਂ ਸਾਡੇ ਬਜ਼ੁਰਗਾਂ ਵੱਲੋਂ ਸਿਖਾਈਆਂ ਜਾਂਦੀਆਂ ਸੀ, ਉਸ ਦੇ ਵਿੱਚ ਯਕੀਨਨ ਘਾਟ ਆ ਗਈ ਹੈ। ਸਾਡੀ ਬੋਲੀਆਂ ਦੇ ਵਿੱਚ, ਸਾਡੇ ਲੋਕ ਗੀਤਾਂ ਦੇ ਵਿੱਚ ਪਹਿਲਾਂ ਇੱਕ ਇਸ ਤਰ੍ਹਾਂ ਦਾ ਗੀਤ ਵੀ ਸੀ ਕਿ ਐਵੇਂ ਨਾ ਲੜਿਆ ਕਰ ਢੋਲਾ ਮੈਂ ਤੇਰੇ ਨਾਲ ਵਿਆਹੀ ਹੋਈ ਹਾਂ। ਤੇ ਅੱਜ ਕੱਲ੍ਹ ਦੇ ਮਦਰ ਫਾਦਰ ਨੇ ਉਹ ਕਹਿੰਦੇ ਵੀ ਤੈਨੂੰ ਕਿਸੇ ਕਿਸਮ ਦੀ ਕੋਈ ਘਾਟ ਆਵੇ ਸਾਨੂੰ ਦੱਸ। ਮਤਲਬ ਹਰ ਇੱਕ ਜਿਹੜਾ ਹਸਬੈਂਡ ਆ ਉਹ ਛੱਡਿਆ ਜਾ ਸਕਦਾ, ਕੋਈ ਵੀ ਰਿਸ਼ਤਾ ਤੋੜਿਆ ਜਾ ਸਕਦਾ। ਤਾਂ ਹੁਣ ਕੁੜੀਆਂ ਏਦਾਂ ਲੱਗਦਾ ਵੀ ਹੁਣ ਬੋਲੀਆਂ ਇਸ ਕਿਸਮ ਦੀਆਂ ਹੋਇਆ ਕਰਨਗੀਆਂ ਕਿ ਜਿੰਨਾ ਮਰਜ਼ੀ ਲੜ ਲਈ ਵੇ ਢੋਲਾ ਮੈਂ ਜੁੱਡੋ ਸਿੱਖ ਕੇ ਆਈ ਹੋਈ ਹਾਂ। ਸੋ ਇਸ ਕਿਸਮ ਨਾਲ ਸਾਡੀ ਕਦਰਾਂ ਕੀਮਤਾਂ ਜਿਹੜੀਆਂ ਉਹ ਚੇਂਜ ਹੋ ਰਹੀਆਂ, ਸਾਡਾ ਲੈਵਲ ਚੇਂਜ ਹੋ ਰਿਹਾ। ਇਸ ਤੋਂ ਇਲਾਵਾ ਹਰਮਨ ਫਾਊਂਡੇਸ਼ਨ, ਹਰਿੰਦਰ ਜੀ ਇਹ ਵੀ ਦੱਸੋ, ਘਰੇਲੂ ਹਿੰਸਾ ਦੇ ਜਿਹੜੇ ਕੇਸਿਸ ਨੇ ਇਹਨਾਂ ਨੂੰ ਸੌਰਟ ਆਊਟ ਕਰਨ ਤੋਂ ਇਲਾਵਾ ਹੋਰ ਕਿੰਨਾ ਚੀਜ਼ਾਂ ਦੇ ਵਿੱਚ ਸੁਸਾਇਟੀ ਦੀ ਹੈਲਪ ਕਰ ਰਹੀ ਹੈ? ਹਾਂਜੀ, ਕਾਫੀ ਸਾਡੀਆਂ ਸਟਰੀਮਸ ਹਨ ਉਹਦੇ ਵਿੱਚ। ਮੈਂ ਜਿੱਦਾਂ ਸ਼ੁਰੂ ਚ ਕਿਹਾ ਕਿ ਹੋਲਿਸਟਿਕਲੀ ਅਸੀਂ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਾਂ, ਤੇ ਉਹਦੇ ਵਿੱਚ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਦੇ ਵਿੱਚ ਜਿਹੜਾ ਇੱਕ ਹੋਰ ਕਾਰਨ ਬਣ ਜਾਂਦਾ ਹੈ ਕਿ ਮੈਂਟਲ ਹੈਲਥ ਵੀ ਹੁੰਦੀ ਆ, ਮਾਨਸਿਕ ਰੋਗ। ਤੇ ਮਾਨਸਿਕ ਰੋਗਾਂ ਕਰਕੇ ਸਾਡੀ ਜਿਹੜੀ ਕਾਉਂਸਲਿੰਗ ਨਾਲ ਚੱਲਦੀ ਆ, ਜਿਨ੍ਹਾਂ ਨੂੰ ਚਾਹੇ ਅਸੀਂ 5 ਤੋਂ ਲੈ ਕੇ 10 ਸੈਸ਼ਨ ਉਹਨਾਂ ਨੂੰ ਸਾਡੇ ਕਾਉਂਸਲਰਸ ਫ੍ਰੀ ਦਿੰਦੇ ਹਨ, ਤੇ ਬਾਅਦ ਚ ਉਹਨਾਂ ਨੂੰ ਹੋਰ ਸੰਸਥਾਵਾਂ ਨਾਲ ਜੋੜਿਆ ਜਾਂਦਾ ਹੈ। ਜਿਹੜੀ ਲੰਗਰ ਦੀ ਪ੍ਰਥਾ ਆਪਣੀ ਬਹੁਤ ਗੁਰੂ ਸਾਹਿਬ ਨੇ ਸਾਨੂੰ ਦੇਣ ਦਿੱਤੀ ਹੈ, ਤੇ ਇਹ ਵੀ ਚਲਦੀ ਰਹਿੰਦੀ ਹੈ ਕਿ ਜਿੱਥੇ ਵੀ ਕਿਸੇ ਵੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਲੋੜਵੰਦਾਂ ਨੂੰ ਅਸੀਂ ਫੂਡ ਹੈਂਪਰਸ ਤੇ ਅਸੈਂਸ਼ੀਅਲਸ, ਜਿਹਦੇ ਵਿੱਚ ਇੱਥੇ ਰਹਿ ਕੇ ਵੀ ਜਿੱਦਾਂ ਨਵੇਂ ਸਟੂਡੈਂਟਸ ਆਉਂਦੇ ਆ ਉਹਨਾਂ ਨੂੰ ਸਮਾਨ ਦੀ ਲੋੜ ਹੁੰਦੀ ਹੈ, ਜਾਂ ਫਿਰ ਸਟੂਡੈਂਟਸ ਇਕੱਠੇ ਰਹਿੰਦੇ ਆ ਤੇ ਫਿਰ ਮਗਰੋਂ ਵੱਖ-ਵੱਖ ਹੋ ਜਾਂਦੇ ਆ ਤਾਂ ਸਮਾਨ ਦੀ ਲੋੜ ਪੈਂਦੀ ਹੈ। ਸੋ ਇਸ ਤਰ੍ਹਾਂ ਦੀਆਂ ਸਟੂਡੈਂਟਸ ਦੀਆਂ ਜਿਹੜੇ ਟੈਂਪਰੇਰੀ ਵੀਜ਼ਾ ਵਾਲਿਆਂ ਦੀਆਂ ਲੀਗਲ ਰਿਕੁਆਇਰਮੈਂਟਸ ਜਾਂ ਉਹਨਾਂ ਦੀਆਂ ਆਮ ਜਿਹੜੀਆਂ ਜੀਵਨ ਦੀਆਂ ਰਿਕੁਆਇਰਮੈਂਟਸ, ਜਾਂ ਕਈ ਵਾਰ ਏਦਾਂ ਵੇਖਣ ਚ ਆਇਆ ਹੈ ਕੋਵਿਡ ਕਰਕੇ ਸਾਡੇ ਕੋਲ ਇਸ ਤਰ੍ਹਾਂ ਦੇ ਕਲਾਇੰਟਸ ਹਨ ਕਿ ਜਿਹੜੇ ਸਟੂਡੈਂਟਸ ਇੱਕ ਕੁੜੀ ਆ ਗਈ ਉੱਥੋਂ, ਤੇ ਜਦੋਂ ਆਈ ਸੀ ਉਹ ਪ੍ਰੈਗਨੈਂਟ ਸੀਗੀ ਉੱਥੇ, ਤੇ ਮਗਰੋਂ ਉਹਦੀ ਉਮੀਦ ਸੀਗੀ ਕਿ ਐਜ਼ ਏ ਸਪਾਊਸ ਵੀਜ਼ਾ ਉਹਦਾ ਹਸਬੈਂਡ ਵੀ ਇੱਥੇ ਆ ਜਾਊਗਾ, ਤੇ ਵਿੱਚ ਕੋਵਿਡ ਲੱਗ ਗਿਆ। ਤੇ ਮੀਨਸ ਕੁੜੀ ਇੱਥੇ ਇਕੱਲੀ ਹੀ ਪ੍ਰੈਗਨੈਂਸੀ ਟਾਈਮ ਤੇ ਜਦੋਂ ਉਹਦਾ ਬੇਬੀ ਹੋਇਆ ਉਹ ਇਕੱਲੀ ਸੀ ਇੱਥੇ। ਤੇ ਉਹਨਾਂ ਇਹੋ ਜਿਹੇ ਜਿਹੜੇ ਸਰਕਮਸਟੈਂਸਿਸ ਹਨ ਉਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜਦੇ ਹਾਂ,
ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਮਦਦ ਦਈਏ, ਫਾਈਨੈਂਸ਼ੀਅਲ ਤੇ ਨਾਲ ਹੋਰ ਚੀਜ਼ਾਂ ਦੀ, ਤੇ ਮੋਰਲੀ ਤੇ ਸਪਿਰਿਚੁਅਲੀ। ਅਸੀਂ ਚੈਪਲਨ ਸਰਵਿਸਿਜ਼, ਸਿੱਖ ਚੈਪਲਨਸੀ ਕਰਦੇ ਹਾਂ। ਮੀਨ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ ਸਿੱਖ ਭਾਈਚਾਰੇ ਨਾਲੋਂ, ਪੰਜਾਬੀ ਭਾਈਚਾਰੇ ਨਾਲੋਂ ਜੇ ਕੋਈ ਉੱਥੇ ਜੇਲ੍ਹ 'ਚ ਚਲਾ ਗਿਆ ਹੈ ਤੇ ਉਹਨਾਂ ਨੂੰ ਇੱਕ ਘਾਟ ਨਾ ਮਹਿਸੂਸ ਹੋਏ, ਕਿਉਂਕਿ ਸਾਰਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਅਸੀਂ ਜਿਹੜੀ ਸੇਵਾਵਾਂ ਹਨ ਨੌਨ ਜਜਮੈਂਟਲ ਹੁੰਦੀਆਂ ਹਨ, ਕਿਉਂਕਿ ਇਹ ਸਾਡਾ ਇਹ ਕੰਮ ਨਹੀਂ ਹੈ ਕਿ ਜੇਲ੍ਹ 'ਚ ਕਿਉਂ ਗਿਆ, ਕਾਹਦੇ ਲਈ ਗਿਆ। ਰਾਦਰ ਹੁਣ ਉਹ ਜੇਲ੍ਹ 'ਚ ਹੈ ਤੇ ਹੁਣ ਉਹਨੂੰ ਹਰੇਕ ਨੂੰ ਸੈਕਿੰਡ ਚਾਂਸ ਮਿਲਦਾ ਹੈ ਜੀਣ ਦਾ, ਤੇ ਉਹਦੇ ਵੀ ਕੁਝ ਅਰਮਾਨ ਹਨ, ਤੇ ਅਸੀਂ ਉਹਨਾਂ ਨਾਲ ਸੰਪਰਕ ਕਰਦੇ ਹਾਂ। ਤੇ ਨਾਲ ਅਸੀਂ ਹਸਪਤਾਲਾਂ ਵਿੱਚ ਜਾ ਕੇ ਵੀ ਜਿਹੜੇ ਸਿੱਖ ਭਾਈਚਾਰੇ ਤੋਂ, ਪੰਜਾਬੀ ਭਾਈਚਾਰੇ ਤੋਂ, ਇੰਡੀਅਨ ਭਾਈਚਾਰੇ ਤੋਂ ਜਿਹੜੇ ਲੋਕ ਹੁੰਦੇ ਹਨ ਉਹਨਾਂ ਨੂੰ ਅਸੀਂ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਸਪਿਰਿਚੁਅਲੀ ਤੇ ਮੋਰਲੀ ਸਪੋਰਟ ਕਰਦੇ ਹਾਂ। ਉਹਨੂੰ ਅਸੀਂ ਸਿੱਖ ਚੈਪਲਨਸੀ ਕਹਿੰਦੇ ਹਾਂ। ਤੇ ਨਾਲ ਸਾਡੇ ਜਿਹੜੇ ਪ੍ਰੋਜੈਕਟਸ ਹਨ ਉਹ ਕਿੱਦਾਂ ਅਸੀਂ ਆਪਣੇ ਸਮਾਜ 'ਚ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰ ਸਕੀਏ, ਤੇ ਸੈਮੀਨਾਰਸ, ਵਰਕਸ਼ਾਪਸ ਸਾਡੇ ਥਰੂ ਆਊਟ ਚੱਲਦੇ ਰਹਿੰਦੇ ਹਨ। ਤੇ ਜਿਸਦਾ ਈਵਨ ਡੋਮੈਸਟਿਕ ਐਂਡ ਫੈਮਿਲੀ ਵਾਇਲੈਂਸ ਦਾ ਇਹਦਾ ਵੀ ਅਸੀਂ ਅਗਰ ਆਪਣੀ ਕਮਿਊਨਿਟੀ ਵਿੱਚ ਦੱਸਣਾ ਹੈ ਤੇ ਉਹਦੇ ਅਲੱਗ-ਅਲੱਗ ਤਰੀਕੇ ਨਾਲ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਡਰਾਮੇ ਦੇ ਥਰੂ, ਜਾਂ ਫਿਰ ਇਸ ਤਰ੍ਹਾਂ ਕੋਈ ਡਾਕਟਰਸ ਨੂੰ ਬੁਲਾ ਕੇ, ਤਾਂ ਕਿ ਉਸ 'ਚ ਸਾਡੇ ਜਿਹੜੇ ਸੁਣਨ ਵਾਲੇ ਹਨ ਤਵੱਜੋ ਦੇਣ, ਉਹਨਾਂ ਨੂੰ ਇੰਟਰਸਟਿੰਗ ਲੱਗੇ। ਤੇ ਇਦਾਂ ਨਹੀਂ ਕਿ ਅਸੀਂ ਉਹਨੂੰ ਨੈਗੇਟਿਵਿਟੀ ਵੱਲ ਨਹੀਂ ਲੈ ਕੇ ਜਾਣਾ ਚਾਹੁੰਦੇ, ਰਾਦਰ ਕਿ ਜਦੋਂ ਤੁਹਾਨੂੰ ਮਦਦ ਦੀ ਲੋੜ ਹੈ, ਪੋਜ਼ਿਟਿਵਿਟੀ ਇਹ ਹੈ ਕਿ ਹਰ ਚੀਜ਼ ਦਾ ਸੋਲੂਸ਼ਨ ਹੈ। ਤੇ ਸਾਡੀ ਤਵੱਜੋ ਹੈ ਕਿ ਕਿਸੇ ਨੂੰ ਵੀ ਜੇ ਲੋੜ ਹੈ ਮਦਦ ਦੀ, ਉਹ ਸਾਡੇ, ਜ਼ਰੂਰੀ ਨਹੀਂ ਹੈ ਹਰਮਨ ਫਾਊਂਡੇਸ਼ਨ, ਬਹੁਤ ਸਾਰੀਆਂ ਇੱਥੇ ਸੰਸਥਾਵਾਂ ਹਨ ਬਹੁਤ ਹੀ ਵਧੀਆ ਕੰਮ ਕਰ ਰਹੀਆਂ ਹਨ, ਤੇ ਉਹਨਾਂ ਨੂੰ ਉਹ ਸੰਪਰਕ ਜ਼ਰੂਰ ਕਰਨ। ਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਕਿਸੇ ਕੰਮ ਆ ਸਕਦੇ ਹਾਂ ਤੇ ਸਾਨੂੰ ਵੀ ਜ਼ਰੂਰ ਉਹ ਸੰਪਰਕ ਸਾਡੇ ਆਉਣ, ਭਾਵੇਂ ਸਾਡੇ ਵੈਬਸਾਈਟ ਦੇ ਥਰੂ ਜਾਂ ਫੇਸਬੁੱਕ ਦੇ ਥਰੂ, ਜਾਂ ਸਾਡੀ ਜਿਹੜੀ ਹੈਲਪਲਾਈਨ ਆ 1-800-116-675, ਇਹਦੇ ਥਰੂ ਉਹ ਸਾਨੂੰ ਕੰਟੈਕਟ ਕਰ ਸਕਦੇ ਹਾਂ। ਜੀ, ਬਹੁਤ ਹੀ ਆਲਾ ਤਰੀਨ ਕੰਮ ਤੁਸੀਂ ਸਿੱਖੀਜ਼ਮ ਵਾਸਤੇ ਔਰ ਸਿੱਖ ਭਾਈਚਾਰੇ ਵਾਸਤੇ ਆਸਟ੍ਰੇਲੀਆ ਦੇ ਵਿੱਚ ਕਰ ਰਹੇ ਹੋ। ਬਹੁਤ ਦੁਆਵਾਂ, ਔਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਡੇ ਨਾਲ ਹਰ ਇੱਕ ਚੀਜ਼ ਸਾਂਝਾ ਕੀਤੀ। ਬਹੁਤ ਸ਼ੁਕਰੀਆ ਤੁਹਾਡਾ। ਠੀਕ ਹੈ, ਥੈਂਕ ਯੂ ਸੋ ਮਚ। ਤੇ ਆਪਾਂ ਜੁੜੇ ਰਹਾਂਗੇ ਇਸ ਤਰ੍ਹਾਂ ਹੀ, ਤੇ ਗੁਰੂ ਸਾਹਿਬ ਸਾਰਿਆਂ ਤੇ ਬਖਸ਼ਿਸ਼ ਕਰੇ। ਤੇ ਕੋਵਿਡ ਕਰਕੇ ਸਾਰੇ ਹੀ ਅਰਦਾਸ ਕਰਦੇ ਹਾਂ, ਤੇ ਨਾਲ ਜਿਹੜੀ ਉੱਥੇ ਫਾਰਮਰਸ ਚੱਲ ਰਿਹਾ ਪ੍ਰੋਟੈਸਟ, ਅਰਦਾਸਾਂ ਕਰਦੇ ਹਾਂ ਕਿ ਇਸ ਸੰਸਾਰ 'ਚ ਸ਼ਾਂਤੀ ਹੀ ਸ਼ਾਂਤੀ ਆਵੇ। ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ।